ਮੇਰਾ ਵਿਆਹ ਇੱਕ ਅਮੀਰ ਘਰਾਣੇ ਵਿੱਚ ਹੋ ਰਿਹਾ ਸੀ, ਪਰ ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਮੇਰੇ ਪੁਰਾਣੇ ਆਸ਼ਕ ਦੀ ਵਜ੍ਹਾ ਨਾਲ ਮੇਰਾ ਵਿਆਹ ਨਾ ਟੁੱਟ ਜਾਵੇ। ਇਸ ਕਰਕੇ ਵਿਆਹ ਤੋਂ ਕੁਝ ਟਾਈਮ ਪਹਿਲਾਂ ਮੈਂ ਆਪਣੀ ਭੈਣ ਨੂੰ ਇੱਕ ਚਾਦਰ ਉੱਪਰ ਲੈ ਕੇ ਕਿਸੇ ਬਹਾਨੇ ਬਾਹਰ ਭੇਜਿਆ ਅਤੇ ਮਗਰੋਂ ਆਪਣੇ ਪੁਰਾਣੇ ਆਸ਼ਕ ਨੂੰ ਫੋਨ ਕੀਤਾ ਕਿ ਮੈਨੂੰ ਇੱਥੋਂ ਭਜਾ ਕੇ ਲੈ ਜਾ। ਮੇਰਾ ਵਿਆਹ ਹੋ ਗਿਆ, ਪਰ ਵਿਆਹ ਤੋਂ ਬਾਅਦ ਮੈਨੂੰ ਮੇਰੀ ਭੈਣ ਦੀ ਚਿੰਤਾ ਸਤਾਉਣ ਲੱਗੀ। ਜਦੋਂ ਮੇਰੇ ਪਤੀ ਮੇਰੇ ਕਮਰੇ ਵਿੱਚ ਆਇਆ ਤੇ ਉਸਨੇ ਜਿੱਦਾਂ ਹੀ ਮੇਰਾ ਘੁੰਡ ਚੁੱਕਿਆ ਤਾਂ ਮੇਰੀ ਜਾਨ ਨਿਕਲ ਗਈ, ਕਿਉਂਕਿ ਉਹ ਤਾਂ ਮੇਰਾ ਨਾਮ ਰਮਨ ਹੈ ਤੇ ਮੇਰਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਮੇਰੇ ਪਿਤਾ ਜੀ ਸ਼ਹਿਰ ਵਿੱਚ ਕਿਸੇ ਬੰਗਲੇ ਵਿੱਚ ਮਾਲੀ ਦਾ ਕੰਮ ਕਰਦੇ ਸੀ ਅਤੇ ਮੇਰੀ ਮਾਂ ਸਿਲਾਈ ਦਾ ਕੰਮ ਕਰਦੀ ਸੀ। ਅਸੀਂ 3 ਭੈਣਾਂ ਤੇ ਇੱਕ ਭਰਾ ਸੀ। ਉਹਨਾਂ ਵਿੱਚੋਂ ਇੱਕ ਭੈਣ ਮੇਰੇ ਤੋਂ ਵੱਡੀ ਸੀ ਤੇ ਬਾਕੀ ਭੈਣਾਂ ਤੇ ਭਰਾ ਛੋਟੇ ਸੀ ਅਤੇ ਅਸੀਂ ਇੱਦਾਂ ਜ਼ਿੰਦਗੀ ਬਤੀਤ ਕਰ ਰਹੇ ਸੀ ਕਿ ਸਾਨੂੰ 2 ਵਕਤ ਦੀ ਰੋਟੀ ਵੀ ਬੜੀ ਮੁਸ਼ਕਲ ਨਾਲ ਨਸੀਬ ਹੁੰਦੀ ਸੀ। ਮੇਰੀ ਇਸ ਗਰੀਬੀ ਦੇ ਨਾਲ ਨਫ਼ਰਤ ਵਧਣ ਲੱਗ ਪਈ ਸੀ। ਮੈਂ ਅਕਸਰ ਰੱਬ ਨੂੰ ਸ਼ਿਕਾਇਤਾਂ ਕਰਦੀ ਹੁੰਦੀ ਕਿ ਮੈਨੂੰ ਇਸ ਗਰੀਬ ਘਰੇ ਵਿੱਚ ਜਨਮ ਕਿਉਂ ਦਿੱਤਾ। ਮੇਰੇ ਬਾਕੀ ਭੈਣ ਭਰਾ ਇਸ ਜ਼ਿੰਦਗੀ ਤੋਂ ਖੁਸ਼ ਸੀ ਤੇ ਸੰਤੁਸ਼ਟ ਵੀ, ਪਰ ਮੈਂ ਇਸ ਗਰੀਬੀ ਤੋਂ ਅੱਕ ਚੁੱਕੀ ਸੀ। ਮੇਰੇ ਸੁਪਨੇ ਬਹੁਤ ਵੱਡੇ ਸੀ ਤੇ ਹੁੰਦੇ ਵੀ ਕਿਉਂ ਨਾ, ਮੈਂ ਹੈ ਹੀ ਇੰਨੀ ਖੂਬਸੂਰਤ ਸੀ। ਮੇਰੀ ਦਾਦੀ ਕਹਿੰਦੀ ਹੁੰਦੀ ਸੀ, ਤੈਨੂੰ ਤਾਂ ਕਿਸੇ ਮਹਿਲ ਪੈਦਾ ਹੋਣਾ ਚਾਹੀਦਾ ਸੀ। ਕਦੇ ਕਦੇ ਮੈਂ ਸੋਚਦੀ ਹੁੰਦੀ ਕਿ ਇਹ ਛੋਟਾ ਜਿਹਾ ਘਰ ਮੇਰੀ ਪਰਸਨੈਲਿਟੀ ਨੂੰ ਸੂਟ ਨਹੀਂ ਕਰਦਾ। ਚਾਰੇ ਪਾਸੇ ਮੇਰੀ ਖੂਬਸੂਰਤੀ ਦੇ ਚਰਚੇ ਸੀ। ਇਲਾਕੇ ਦਾ ਹਰ ਲੜਕਾ ਮੇਰੇ ਨਾਲ ਦੋਸਤੀ ਕਰਨਾ ਚਾਹੁੰਦਾ ਸੀ, ਪਰ ਮੈਂ ਤਾਂ ਕਿਸੇ ਵੱਲ ਇੱਕ ਨਜ਼ਰ ਚੱਕ ਕੇ ਵੇਖਣਾ ਵੀ ਪਸੰਦ ਨਹੀਂ ਕਰਦੀ ਸੀ। ਪੜ੍ਹਾਈ ਦੇ ਬਹਾਨੇ ਮੈਂ ਸਹੇਲੀਆਂ ਦੇ ਨਾਲ ਕਈ ਘੰਟੇ ਬਾਹਰ ਬਿਤਾਉਂਦੀ ਸੀ। ਸਕੂਲ ਵਿੱਚ ਵੀ ਮੈਂ ਅਮੀਰ ਲੜਕੀਆਂ ਦੇ ਪਿੱਛੇ ਘੁੰਮਦੀ ਰਹਿੰਦੀ, ਉਹਨਾਂ ਦੀ ਤਰ੍ਹਾਂ ਰਹਿਣ ਦੀ ਕੋਸ਼ਿਸ਼ ਕਰਦੀ। ਘਰ ਵਿੱਚ ਕਿਸੇ ਕੰਮ ਨੂੰ ਹੱਥ ਨਾ ਲਾਉਂਦੀ। ਇੱਦਾਂ ਹੀ ਸਮਾਂ ਬੀਤਦਾ ਗਿਆ ਅਤੇ ਮੈਂ ਹਰ ਸਮੇਂ ਇਹ ਸੋਚਦੀ ਰਹਿੰਦੀ ਕਿ ਕਾਸ਼ ਮੈਂ ਅਮੀਰ ਹੁੰਦੀ, ਮੇਰੇ ਕੋਲ ਢੇਰ ਸਾਰੇ ਪੈਸੇ ਹੁੰਦੇ। ਹਰ ਸਮੇਂ ਨਵੇਂ ਤਰੀਕੇ ਸੋਚਦੀ ਰਹਿੰਦੀ, ਇਹ ਮੈਂ ਕਿੱਦਾਂ ਰਾਤੋਂ ਰਾਤ ਅਮੀਰ ਹੋ ਜਾਵਾਂ ਤੇ ਗਰੀਬੀ ਤੋਂ ਛੁਟਕਾਰਾ ਪਾਵਾਂ। ਫਿਰ ਮੈਂ ਸਕੂਲ ਦੇ ਨਾਲ ਵਾਲੀ ਦੁਕਾਨ ਵਾਲੇ ਨਾਲ ਦੋਸਤੀ ਕਰ ਲਈ। ਉਸ ਦਾ ਇਹ ਫਾਇਦਾ ਹੋਇਆ ਕਿ ਮੈਂ ਕਦੇ ਵੀ ਉਸ ਤੋਂ ਫ੍ਰੀ ਵਿੱਚ ਸਮਾਨ ਲੈ ਲੈਂਦੀ ਸੀ। ਇਸ ਤਰ੍ਹਾਂ ਮੈਂ ਸਕੂਲ ਦੇ ਮੁਹੱਲੇ ਵਿੱਚ ਬਹੁਤ ਸਾਰੇ ਲੜਕਿਆਂ ਨਾਲ ਦੋਸਤੀ ਕਰ ਲਈ ਅਤੇ ਹਰ ਇੱਕ ਨਾਲ ਮੁਹੱਬਤ ਦੇ ਝੂਠੇ ਵਾਅਦੇ ਕਰਦੀ। ਹਰ ਰੋਜ਼ ਸਕੂਲ ਤੋਂ ਛੁੱਟੀ ਲੈ ਕੇ ਕਿਸੇ ਨਾ ਕਿਸੇ ਲੜਕੇ ਦੇ ਨਾਲ ਘੁੰਮਣ ਚਲੀ ਜਾਂਦੀ। ਫਿਰ ਉਹਨਾਂ ਤੋਂ ਨਵੀਆਂ ਫਰਮਾਇਸ਼ਾਂ ਕਰਦੀ। ਮੈਂ ਸਾਰੀਆਂ ਚੀਜ਼ਾਂ ਲੁਕੋ ਦਿੰਦੀ ਸੀ, ਇਸ ਕਰਕੇ ਘਰ ਵਿੱਚ ਕਿਸੇ ਨੂੰ ਵੀ ਮੇਰੇ 'ਤੇ ਸ਼ੱਕ ਨਾ ਹੋਇਆ। ਮਤਲਬ ਨਿਕਲਣ ਤੋਂ ਬਾਅਦ ਮੈਂ ਉਹਨਾਂ ਲੜਕਿਆਂ ਨੂੰ ਛੱਡ ਦਿੰਦੀ ਸੀ। ਇੱਕ ਵਾਰ ਇੱਕ ਲੜਕਾ ਕੁਝ ਜ਼ਿਆਦਾ ਹੀ ਸੀਰੀਅਸ ਹੋ ਗਿਆ, ਪਰ ਮੈਂ ਉਸ ਨੂੰ ਧਮਕੀ ਦੇ ਦਿੱਤੀ ਕਿ ਮੇਰਾ ਪਿੱਛਾ ਛੱਡ ਦੇ, ਨਹੀਂ ਤਾਂ ਮੈਂ ਪੂਰੇ ਮੁਹੱਲੇ ਵਿੱਚ ਰੌਲਾ ਪਾ ਦੇਵਾਂਗੀ। ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ, ਪਰ ਮੈਂ ਹੁਣ ਕੋਈ ਵੱਡਾ ਹੱਥ ਮਾਰਨਾ ਸੀ ਕਿ ਮੇਰੀ ਇਹਨਾਂ 2 ਟਕੇ ਦੇ ਗਰੀਬ ਆਸ਼ਕਾਂ ਤੋਂ ਜਾਨ ਛੁੱਟ ਜਾਵੇ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਮੈਟ੍ਰਿਕ ਪੂਰੀ ਹੋਣ ਤੋਂ ਬਾਅਦ ਜਿੱਦ ਕਰਕੇ ਕਾਲਜ ਵਿੱਚ ਦਾਖਲਾ ਲੈ ਲਿਆ ਸੀ। ਕਾਲਜ ਦੀ ਰੰਗੀਨ ਦੁਨੀਆ ਨੇ ਮੇਰੇ ਸੁਪਨਿਆਂ ਨੂੰ ਹੋਰ ਵਧਾਵਾ ਦੇ ਦਿੱਤਾ। ਹੁਣ ਮੈਨੂੰ ਕੁਝ ਇੱਦਾਂ ਦਾ ਕਰਨਾ ਸੀ ਕਿ ਦੌਲਤ ਦਾ ਅੰਬਾਰ ਮੇਰੇ ਹੱਥ ਲੱਗ ਜਾਵੇ। ਮੇਰੀਆਂ ਸਹੇਲੀਆਂ ਵੀ ਇੱਦਾਂ ਹੀ ਕਰਦੀਆਂ ਸੀ। ਉਹਨਾਂ ਦੀ ਦੇਖਾ ਦੇਖੀ ਮੈਂ ਵੀ ਸੋਚਣ ਲੱਗੀ ਕਿ ਕਿਸੇ ਅਮੀਰ ਲੜਕੇ ਨਾਲ ਦੋਸਤੀ ਕਰ ਲਵਾਂ। ਫਿਰ ਸਮੇਂ ਨੇ ਮੈਨੂੰ ਇੱਕ ਸੁਨਹਿਰੀ ਮੌਕਾ ਦੇ ਦਿੱਤਾ। ਇੱਕ ਦਿਨ ਮੈਂ ਕਾਲਜ ਤੋਂ ਘਰ ਵਾਪਸ ਆਈ ਤਾਂ ਮੇਰੀ ਇੱਕ ਦੋਸਤ ਨੇ ਕਿਹਾ ਕਿ ਸਾਡੇ ਮੁਹੱਲੇ ਵਿੱਚ ਇੱਕ ਖੂਬਸੂਰਤ ਲੜਕਾ ਰਹਿਣ ਲਈ ਆਇਆ ਹੈ। ਮੈਂ ਇਹ ਸੋਚ ਕੇ ਉਸ ਦੀਆਂ ਗੱਲਾਂ 'ਤੇ ਧਿਆਨ ਨਾ ਦਿੱਤਾ ਕਿ ਇਸ ਗਰੀਬ ਮੁਹੱਲੇ ਵਿੱਚ ਅਮੀਰ ਲੜਕਾ ਥੋੜ੍ਹੀ ਨਾ ਰਹਿਣ ਲਈ ਆਵੇਗਾ। ਸ਼ਾਮ ਨੂੰ ਮੈਂ ਛੱਤ 'ਤੇ ਗਈ ਤਾਂ ਮੇਰੀ ਨਜ਼ਰ ਸਾਹਮਣੇ ਵਾਲੇ ਘਰ ਦੀ ਛੱਤ 'ਤੇ ਪਈ, ਜਿੱਥੇ ਉਹ ਲੜਕਾ ਕਿਸੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਦੇਖਣ ਵਿੱਚ ਤਾਂ ਉਹ ਲੜਕਾ ਅਮੀਰ ਖਾਨਦਾਨ ਦਾ ਲੱਗ ਰਿਹਾ ਸੀ। ਮੇਰੇ ਦਿਮਾਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਮੈਨੂੰ ਦੇਖ ਕੇ ਮੁਸਕਰਾਉਂਦਾ ਅਤੇ ਮੈਂ ਵੀ ਮੁਸਕਰਾ ਦਿੰਦੀ, ਪਰ ਹਜੇ ਤੱਕ ਸਾਡੇ ਦੋਹਾਂ ਵਿੱਚ ਕੋਈ ਗੱਲਬਾਤ ਨਹੀਂ ਹੋਈ ਸੀ। ਇੱਕ ਦਿਨ ਮੈਂ ਕਾਲਜ ਤੋਂ ਛੁੱਟੀ ਕਰਕੇ ਘਰੇ 10 ਵਜੇ ਜਦੋਂ ਮੈਂ ਬਾਹਰ ਆਈ ਤਾਂ ਮਾਂ ਕੱਪੜੇ ਧੋ ਰਹੀ ਸੀ। ਮਾਂ ਨੇ ਮੈਨੂੰ ਦੇਖ ਕੇ ਕਿਹਾ, ਰਮਨ ਬੇਟਾ, ਨਾਸ਼ਤਾ ਕਰਨ ਤੋਂ ਬਾਅਦ ਇਹ ਕੱਪੜੇ ਛੱਤ 'ਤੇ ਸੁੱਕਣੇ ਪਾ ਆਉਣਾ।
ਮੇਰੀ ਕਮਰ ਵਿੱਚ ਥੋੜ੍ਹਾ ਦਰਦ ਹੋ ਰਿਹਾ। ਇਹ ਸੁਣ ਕੇ ਮੈਂ ਬਾਲਟੀ ਚੁੱਕ ਕੇ ਛੱਤ 'ਤੇ ਆ ਗਈ। ਮੈਂ ਦੇਖਿਆ ਆਸ-ਪਾਸ ਦੀਆਂ ਛੱਤਾਂ 'ਤੇ ਪਤੰਗਬਾਜ਼ੀ ਹੋ ਰਹੀ ਸੀ। ਉਹ ਲੜਕਾ ਵੀ ਆਪਣੀ ਛੱਤ 'ਤੇ ਸੀ। ਉਸਨੇ ਇੱਕ ਬਾਲ ਵਿੱਚ ਆਪਣਾ ਨਾਮ ਅਤੇ ਨੰਬਰ ਲਿਖ ਕੇ ਮੇਰੇ ਵੱਲ ਸੁੱਟ ਦਿੱਤਾ। ਮੈਂ ਆਸੇ-ਪਾਸੇ ਦੇਖਿਆ ਤੇ ਉਹ ਬਾਲ ਚੁੱਕ ਲਈ। ਜਲਦੀ ਨਾਲ ਵਿੱਚੋਂ ਨੰਬਰ ਕੱਢਿਆ ਤਾਂ ਛੱਤ ਤੋਂ ਥੱਲੇ ਆ ਗਈ। ਮਾਂ ਕੋਲੋਂ ਮੋਬਾਈਲ ਮੰਗਿਆ ਕਿ ਮੈਂ ਸਹੇਲੀ ਨਾਲ ਗੱਲ ਕਰਨੀ ਹੈ। ਫਿਰ ਮੈਂ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਉਸ ਲੜਕੇ ਨੂੰ ਫੋਨ ਲਾ ਦਿੱਤਾ। ਉਸ ਦਾ ਨਾਮ ਰਾਜਨ ਸੀ। ਹੁਣ ਮੈਂ ਉਸ ਨੂੰ ਹਰ ਰੋਜ਼ ਫੋਨ ਕਰਨ ਲੱਗੀ। ਫੋਨ ਉੱਤੇ ਉਹ ਜਦੋਂ ਮੇਰੀ ਵੀ ਤਾਰੀਫ ਕਰਦਾ ਤਾਂ ਮੈਂ ਹਵਾਵਾਂ ਵਿੱਚ ਉੱਡਦੀ ਮਹਿਸੂਸ ਕਰਦੀ। ਹੁਣ ਮੈਂ ਸਾਰਾ ਦਿਨ ਰਾਤ ਹੋਣ ਦਾ ਇੰਤਜ਼ਾਰ ਕਰਦੀ ਰਹਿੰਦੀ, ਕਿਉਂਕਿ ਮੈਂ ਰਾਤ ਨੂੰ ਹੀ ਉਸ ਨੂੰ ਫੋਨ ਲਾਉਣਾ ਹੁੰਦਾ ਸੀ। ਇੱਕ ਦਿਨ ਉਸਨੇ ਗੱਲਾਂ-ਗੱਲਾਂ ਵਿੱਚ ਮਿਲਣ ਦੀ ਇੱਛਾ ਜ਼ਾਹਰ ਕੀਤੀ। ਪਹਿਲਾਂ ਮੈਂ ਥੋੜ੍ਹੀ ਜਿਹੀ ਹਿਚਕਚਾਹਟ ਮਹਿਸੂਸ ਕੀਤੀ, ਪਰ ਉਸ ਦੇ ਪਿਆਰ ਨਾਲ ਮਨਾਉਣ 'ਤੇ ਮੈਂ ਮੰਨ ਗਈ। ਫਿਰ ਇਹ ਤੈਅ ਹੋਇਆ ਕਿ ਉਹ ਮੇਰੇ ਕਾਲਜ ਆਵੇਗਾ ਤੇ ਅਸੀਂ ਉੱਥੋਂ ਨਿਕਲ ਕੇ ਇੱਕ ਪਾਰਕ ਵਿੱਚ ਮਿਲਾਂਗੇ। ਸਵੇਰੇ ਮੈਂ ਰੋਜ਼ ਦੇ ਮੁਕਾਬਲੇ ਜਲਦੀ ਉੱਠ ਗਈ ਅਤੇ ਦਿਲ ਲਗਾ ਕੇ ਤਿਆਰ ਹੋਣ ਲੱਗ ਪਈ। ਮਾਂ ਅਤੇ ਭੈਣਾਂ ਨੂੰ ਦੱਸਿਆ ਕਿ ਕਾਲਜ ਵਿੱਚ ਫੰਕਸ਼ਨ ਹੈ, ਜਿਸ ਦੇ ਕਾਰਨ ਮੈਨੂੰ ਆਉਣ ਵਿੱਚ ਦੇਰੀ ਹੋ ਜਾਵੇਗੀ। ਇਸ ਤਰ੍ਹਾਂ ਲੱਗਦਾ ਸੀ ਜਿੱਦਾਂ ਮਾਂ ਕੁਝ ਕਹਿਣਾ ਚਾਹੁੰਦੀ ਸੀ, ਪਰ ਮੇਰਾ ਮੂਡ ਨਾ ਖਰਾਬ ਹੋ ਜਾਵੇ, ਇਸ ਕਰਕੇ ਉਹ ਚੁੱਪ ਹੀ ਰਹੀ। ਜਿਵੇਂ ਅਸੀਂ ਪਲਾਨ ਕੀਤਾ ਸੀ ਉਵੇਂ ਹੀ ਕਾਲਜ ਵਿੱਚੋਂ ਨਿਕਲ ਕੇ ਪਾਰਕ ਪਹੁੰਚ ਗਏ। ਰਾਜਨ ਨੇ ਮੈਨੂੰ ਗਿਫਟ ਵਿੱਚ ਇੱਕ ਮੋਬਾਈਲ ਅਤੇ ਕੁਝ ਚੀਜ਼ਾਂ ਦਿੱਤੀਆਂ। ਬਹੁਤ ਸਾਰਾ ਵਕਤ ਗੁਜ਼ਾਰਨ ਦੇ ਬਾਅਦ ਉਸਨੇ ਮੈਨੂੰ ਕਾਲਜ ਦੇ ਕੋਲ ਛੱਡ ਦਿੱਤਾ ਅਤੇ ਮੈਂ ਉੱਥੋਂ ਘਰ ਵਾਪਸ ਆ ਗਈ। ਘਰ ਆ ਕੇ ਉਸ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਇੱਕ ਅਟੈਚੀ ਦੇ ਵਿੱਚ ਰੱਖ ਕੇ ਤਾਲਾ ਲਾ ਦਿੱਤਾ। ਸਾਰਿਆਂ ਦੇ ਸੌਣ ਤੋਂ ਬਾਅਦ ਮੈਂ ਰਾਜਨ ਦਾ ਦਿੱਤਾ ਹੋਇਆ ਮੋਬਾਈਲ ਤੋਂ ਰਾਜਨ ਨੂੰ ਫੋਨ ਲਾਇਆ। ਜਦੋਂ ਦਾ ਮੈਨੂੰ ਖੁਦ ਦਾ ਮੋਬਾਈਲ ਮਿਲਿਆ ਸੀ, ਉਦੋਂ ਦਾ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਗੱਲਾਂ ਕਰਨ ਲੱਗ ਪਈ ਸੀ। ਉਹ ਮੈਨੂੰ ਬੜੇ ਮਹਿੰਗੇ ਤੋਹਫੇ ਦਿੰਦਾ। ਮੈਨੂੰ ਉਸਦੇ ਤੋਹਫਿਆਂ ਤੋਂ ਇਲਾਵਾ ਉਸਦੇ ਨਾਲ ਹੋਰ ਕੋਈ ਮਤਲਬ ਨਹੀਂ ਸੀ। ਇਹਨਾਂ ਦਿਨਾਂ ਵਿੱਚ ਦੀਦੀ ਦਾ ਰਿਸ਼ਤਾ ਹੋ ਗਿਆ। ਲੜਕੇ ਦੀ ਕਰਿਆਨੇ ਦੀ ਦੁਕਾਨ ਸੀ। ਮਹੀਨੇ ਦੇ ਅੰਦਰ ਹੀ ਅੰਦਰ ਵਿਆਹ ਹੋ ਗਿਆ। ਪਿਤਾ ਜੀ ਦੇ ਦੋਸਤ ਨੇ ਬਚਪਨ ਤੋਂ ਹੀ ਆਪਣੇ ਲੜਕੇ ਦੇ ਲਈ ਮੇਰਾ ਹੱਥ ਮੰਗ ਕੇ ਰੱਖਿਆ ਸੀ, ਪਰ ਮੈਂ ਤਾਂ ਸ਼ੁਰੂ ਤੋਂ ਹੀ ਅਮੀਰ ਘਰਾਣੇ ਦੇ ਸੁਪਨੇ ਦੇਖਦੀ ਹੁੰਦੀ ਸੀ। ਇਸ ਕਰਕੇ ਜਦੋਂ ਵੀ ਮੇਰੇ ਵਿਆਹ ਦੀ ਗੱਲ ਹੁੰਦੀ ਤਾਂ ਮੈਂ ਸਾਫ਼-ਸਾਫ਼ ਮਨਾ ਕਰ ਦਿੰਦੀ। ਮੇਰਾ ਦਿਲ ਹੁਣ ਰਾਜਨ ਤੋਂ ਵੀ ਉੱਠਣ ਲੱਗਾ ਸੀ, ਜਿਸ ਦਾ ਕਾਰਨ ਸੀ ਦੀਦੀ ਦੀ ਰਿਸ਼ਤੇਦਾਰੀ ਦਾ ਮੁੰਡਾ ਅਮਨ। ਅਮਨ ਨੂੰ ਮੈਂ ਦੀਦੀ ਦੇ ਵਿਆਹ ਵਿੱਚ ਦੇਖਿਆ ਸੀ। ਉਹ ਇੱਕ ਮਲਟੀਨੈਸ਼ਨਲ ਕੰਪਨੀ ਦਾ ਮੈਨੇਜਰ ਸੀ ਅਤੇ ਉਸ ਦੀ ਤਨਖਾਹ ਵੀ ਵਧੀਆ ਸੀ। ਉਸ ਦੇ ਪਿਤਾ ਜੀ ਬਿਜ਼ਨਸਮੈਨ ਸੀ, ਇਸ ਕਰਕੇ ਅਮਨ ਮੇਰੇ ਲਈ ਬਿਹਤਰ ਸੀ। ਹੁਣ ਮੈਂ ਰਾਜਨ ਕੋਲੋਂ ਪਿੱਛਾ ਛੁਡਾਉਣ ਦਾ ਸੋਚਣ ਲੱਗ ਪਈ। ਸ਼ਾਇਦ ਰਾਜਨ ਵੀ ਇਹ ਸਮਝ ਚੁੱਕਿਆ ਸੀ, ਪਰ ਉਹ ਮੈਨੂੰ ਛੱਡਣ ਲਈ ਤਿਆਰ ਹੀ ਨਹੀਂ ਸੀ। ਹੁਣ ਤੱਕ ਉਸਨੇ ਇਸੇ ਉਮੀਦ ਵਿੱਚ ਮੇਰੇ ਉੱਪਰ ਖਰਚਾ ਕੀਤਾ ਸੀ ਕਿ ਮੈਂ ਉਸ ਦੇ ਨਾਲ ਵਿਆਹ ਕਰਵਾਵਾਂਗੀ, ਪਰ ਹੁਣ ਮੈਂ ਉਸ ਨੂੰ ਨਜ਼ਰਅੰਦਾਜ਼ ਕਰਨ ਲੱਗ ਪਈ ਅਤੇ ਨਵੇਂ-ਨਵੇਂ ਬਹਾਨੇ ਬਣਾ ਕੇ ਦੀਦੀ ਦੇ ਸਹੁਰੇ ਘਰ ਚਲੀ ਜਾਂਦੀ ਤਾਂ ਕਿ ਅਮਨ 'ਤੇ ਡੋਰਾ ਪਾ ਸਕਾਂ। ਹੁਣ ਅਮਨ ਵੀ ਸਮਝ ਚੁੱਕਿਆ ਸੀ ਕਿ ਮੈਂ ਉਸ ਦੇ ਵਿੱਚ ਦਿਲਚਸਪੀ ਲੈ ਰਹੀ ਹਾਂ। ਦੂਜੇ ਪਾਸੇ ਮੈਂ ਅਜੇ ਵੀ ਰਾਜਨ ਦੇ ਨਾਲ ਸੀ, ਪਰ ਅਮਨ ਦੀ ਵਜ੍ਹਾ ਨਾਲ ਮੈਂ ਉਸ ਦੇ ਨਾਲ ਗੱਲਬਾਤ ਕਰਨੀ ਘੱਟ ਕਰ ਦਿੱਤੀ ਸੀ। ਅਮਨ ਇੱਕ ਚੰਗਾ ਲੜਕਾ ਸੀ, ਇਸ ਕਰਕੇ ਮੇਰੀ ਦੀਦੀ ਵੀ ਇਹੀ ਚਾਹੁੰਦੀ ਸੀ ਕਿ ਮੇਰਾ ਵਿਆਹ ਅਮਨ ਦੇ ਨਾਲ ਹੋ ਜਾਵੇ। ਇਸ ਕਰਕੇ ਉਸਨੇ ਆਪਣੇ ਵੱਲੋਂ ਬਹੁਤ ਜ਼ੋਰ ਲਾਇਆ। ਜਲਦ ਹੀ ਅਮਨ ਦੇ ਘਰ ਵਾਲੇ ਰਿਸ਼ਤਾ ਲੈ ਕੇ ਸਾਡੇ ਘਰ ਆ ਗਏ, ਪਰ ਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਉਹਨਾਂ ਦੇ ਦੋਸਤ ਦੇ ਬੇਟੇ ਨਾਲ ਮੇਰਾ ਵਿਆਹ ਹੋਵੇ, ਪਰ ਮੇਰੀ ਜਿੱਦ ਅੱਗੇ ਉਹਨਾਂ ਦੀ ਹਾਰ ਮੰਨਣੀ ਪਈ ਤੇ ਅਮਨ ਨਾਲ ਮੇਰਾ ਵਿਆਹ ਤੈਅ ਹੋ ਗਿਆ। ਮੇਰਾ ਵਿਆਹ ਤਾਂ ਅਮੀਰ ਘਰਾਣੇ ਵਿੱਚ ਤੈਅ ਹੋ ਗਿਆ ਸੀ, ਪਰ ਹੁਣ ਮੈਨੂੰ ਰਾਜਨ ਦੀ ਟੈਨਸ਼ਨ ਸੀ ਕਿ ਜੇਕਰ ਉਸ ਨੂੰ ਪਤਾ ਲੱਗ ਗਿਆ ਤਾਂ ਉਹ ਕੋਈ ਹੰਗਾਮਾ ਨਾ ਕਰ ਦੇਵੇ। ਮੁਹੱਲੇ ਵਿੱਚ ਹੀ ਰਹਿੰਦਾ ਸੀ, ਖਬਰ ਤਾਂ ਮਿਲ ਹੀ ਜਾਣੀ ਸੀ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਸ ਨੂੰ ਕੁਝ ਪਤਾ ਨਾ ਲੱਗੇ, ਪਰ ਇੱਕ ਦਿਨ ਉਸ ਨੂੰ ਪਤਾ ਲੱਗ ਗਿਆ। ਉਸਨੇ ਮੈਨੂੰ ਫੋਨ ਕੀਤਾ, ਬਹੁਤ ਗੁੱਸੇ ਵਿੱਚ ਸੀ ਤੇ ਕਹਿਣ ਲੱਗਾ, ਮੈਂ ਸੁਣਿਆ ਹੈ ਤੂੰ ਕਿਸੇ ਅਮੀਰ ਘਰਾਣੇ ਵਿੱਚ ਤੇਰਾ ਵਿਆਹ ਤੈਅ ਹੋਣ ਵਾਲਾ ਹੈ। ਮੈਂ ਝੂਠ ਬੋਲ ਦਿੱਤਾ ਕਿ ਮੇਰੀ ਛੋਟੀ ਭੈਣ ਦਾ ਰਿਸ਼ਤਾ ਹੋਇਆ ਹੈ, ਮੇਰਾ ਨਹੀਂ ਹੋਵੇਗਾ। ਇਹ ਸੁਣ ਕੇ ਉਸ ਨੂੰ ਤਸੱਲੀ ਹੋ ਗਈ
ਤੇ ਕਹਿਣ ਲੱਗਾ, ਮੈਂ ਸੱਚਮੁੱਚ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਜੇਕਰ ਤੂੰ ਕਿਸੇ ਹੋਰ ਨਾਲ ਵਿਆਹ ਕਰਵਾਉਣ ਦਾ ਸੋਚਿਆ ਤਾਂ ਮੈਂ ਤੇਰੇ ਘਰ ਵਾਲਿਆਂ ਨੂੰ ਸਭ ਕੁਝ ਸੱਚ ਦੱਸ ਦੇਵਾਂਗਾ। ਮੈਂ ਬੜੀ ਮੁਸ਼ਕਲ ਨਾਲ ਜਾਨ ਛੁਡਾ ਕੇ ਫੋਨ ਬੰਦ ਕਰ ਦਿੱਤਾ ਅਤੇ ਸੋਚਣ ਲੱਗੀ ਕਿ ਹੁਣ ਇਸ ਤੋਂ ਪਿੱਛਾ ਛਡਵਾਉਣਾ ਪਵੇਗਾ, ਨਹੀਂ ਤਾਂ ਇਹ ਕਿਸੇ ਦਿਨ ਘਰੇ ਆ ਕੇ ਮੇਰੀ ਪੋਲ ਖੋਲ ਦੇਵੇਗਾ। ਇੱਦਾਂ ਹੀ ਮੇਰੇ ਵਿਆਹ ਦੇ ਦਿਨ ਵੀ ਨੇੜੇ ਆ ਰਹੇ ਸੀ ਅਤੇ ਮੇਰਾ ਡਰ ਵੀ ਵੱਧ ਰਿਹਾ ਸੀ ਕਿ ਰਾਜਨ ਨੂੰ ਪਤਾ ਲੱਗ ਗਿਆ ਤਾਂ ਕੀ ਹੋਵੇਗਾ। ਉਸ ਦੀ ਦਿੱਤੀ ਹੋਈ ਧਮਕੀ ਤੋਂ ਮੈਨੂੰ ਡਰ ਲੱਗਣ ਲੱਗ ਪਿਆ। ਹੁਣ ਮੈਂ ਰਾਜਨ ਨਾਲ ਫੋਨ 'ਤੇ ਬਿਲਕੁਲ ਗੱਲ ਕਰਨੀ ਬੰਦ ਕਰ ਦਿੱਤੀ। ਮੇਰੇ ਵਿਆਹ ਦਾ ਦਿਨ ਆ ਗਿਆ ਅਤੇ ਮੈਨੂੰ ਬਹੁਤ ਟੈਨਸ਼ਨ ਹੋ ਰਹੀ ਸੀ। ਕਿਤੇ ਉਸ ਦੀ ਵਜ੍ਹਾ ਨਾਲ ਮੇਰਾ ਵਿਆਹ ਨਾ ਟੁੱਟ ਜਾਵੇ, ਕਿਤੇ ਉਹ ਸਾਰਿਆਂ ਨੂੰ ਆ ਕੇ ਮੇਰੇ ਬਾਰੇ ਦੱਸ ਨਾ ਦੇਵੇ। ਵਿਆਹ ਟੁੱਟੇਗਾ ਤਾਂ ਬਦਨਾਮੀ ਹੋਵੇਗੀ। ਆਖਿਰ ਮੈਂ ਇੱਕ ਯੋਜਨਾ ਬਣਾਈ ਅਤੇ ਵਿਆਹ ਤੋਂ ਪਹਿਲਾਂ ਉਸ ਨੂੰ ਮੈਸੇਜ ਕੀਤਾ ਕਿ ਮੇਰੇ ਘਰ ਵਾਲੇ ਮੇਰੀ ਭੈਣ ਦੇ ਨਾਲ ਮੇਰਾ ਵਿਆਹ ਵੀ ਕਰ ਰਹੇ ਹਨ। ਉਹ ਸੁਣ ਕੇ ਪਰੇਸ਼ਾਨ ਹੋ ਗਿਆ ਤੇ ਕਹਿਣ ਲੱਗਾ, ਤੂੰ ਇਨਕਾਰ ਕਰ ਦੇ। ਮੈਂ ਜਵਾਬ ਦੇ ਵਿੱਚ ਕਿਹਾ, ਨਹੀਂ, ਆਪਾਂ ਭੱਜ ਜਾਂਦੇ ਹਾਂ। ਉਹ ਮੰਨ ਗਿਆ ਤੇ ਬੋਲਿਆ, ਠੀਕ ਹੈ, ਮੈਂ ਆਉਂਦਾ ਹਾਂ। ਉਸ ਦੇ ਮੈਸੇਜ ਤੋਂ ਬਾਅਦ ਮੈਂ ਆਪਣੀ ਭੈਣ ਨੂੰ ਕਿਹਾ, ਇਹ ਚਾਦਰ ਉੱਪਰ ਲੈ ਅਤੇ ਆਪਣੇ ਘਰ ਦੀ ਪਿਛਲੀ ਸਾਈਡ ਚਲੀ ਜਾ। ਮੇਰੀ ਗੱਲ ਸੁਣ ਕੇ ਉਹ ਹੈਰਾਨ ਹੋ ਗਈ ਤੇ ਕਹਿਣ ਲੱਗੀ, ਮੈਂ ਕਿਉਂ ਜਾਵਾਂ ਉੱਥੇ? ਮੈਂ ਉਸ ਦੇ ਅੱਗੇ ਹੱਥ ਪੈਰ ਜੋੜੇ ਕਿ ਤੂੰ ਹੀ ਮੈਨੂੰ ਬਚਾ ਸਕਦੀ ਹੋ। ਮੈਂ ਆਪਣੀ ਭੈਣ ਨੂੰ ਸਾਰੀ ਗੱਲ ਦੱਸ ਦਿੱਤੀ। ਪਹਿਲਾਂ ਤਾਂ ਉਹ ਮੇਰੇ ਉੱਤੇ ਬਹੁਤ ਗੁੱਸਾ ਹੋਈ ਅਤੇ ਫਿਰ ਮੇਰੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਮੈਂ ਉਸ ਦੇ ਪੈਰੀਂ ਪੈ ਗਈ, ਮਿੰਨਤਾਂ ਕਰਨ ਲੱਗੀ ਕਿ ਆਖਰ ਉਹ ਮੰਨ ਗਈ। ਮੈਨੂੰ ਲੱਗਾ ਜਿੱਦਾਂ ਸੋਚਿਆ ਉੱਦਾਂ ਹੀ ਹੋਵੇਗਾ, ਪਰ ਇਹ ਮੇਰੀ ਸਭ ਤੋਂ ਵੱਡੀ ਭੁੱਲ ਸੀ। ਮੈਂ ਉਸ ਨੂੰ ਕਿਹਾ, ਇਸ ਚਾਦਰ ਨਾਲ ਆਪਣਾ ਚਿਹਰਾ ਢੱਕ ਕੇ ਰਾਜਨ ਦੇ ਨਾਲ ਚਲੀ ਜਾ। ਫਿਰ ਜਿਵੇਂ ਹੀ ਮੇਰਾ ਵਿਆਹ ਹੋ ਗਿਆ ਤੇ ਬਰਾਤ ਚਲੀ ਜਾਵੇਗੀ, ਤੂੰ ਵਾਪਸ ਆ ਜਾਵੀਂ। ਮੈਂ ਸੋਚਿਆ ਸੀ ਇੱਕ ਵਾਰ ਮੇਰਾ ਵਿਆਹ ਹੋ ਜਾਵੇਗਾ ਤਾਂ ਉਹ ਮੇਰਾ ਕੁਝ ਵੀ ਨਹੀਂ ਵਿਗਾੜ ਸਕੇਗਾ। ਇੱਦਾਂ ਹੀ ਮੈਂ ਵਿਆਹ ਕਰਕੇ ਇੱਥੋਂ ਦੂਰ ਚਲੀ ਜਾਣਾ ਹੈ। ਮੇਰੀ ਭੈਣ ਨੇ ਸਿਰ 'ਤੇ ਚਾਦਰ ਲਈ ਤੇ ਆਪਣਾ ਚਿਹਰਾ ਲੁਕਾ ਕੇ ਕਮਰੇ ਤੋਂ ਬਾਹਰ ਚਲੀ ਗਈ। ਮੈਂ ਰਾਜਨ ਨੂੰ ਕਹਿ ਦਿੱਤਾ ਕਿ ਉਹ ਘਰ ਦੀ ਪਿਛਲੀ ਸਾਈਡ ਆ ਜਾਵੇ। ਮਹਿਮਾਨ ਆ ਚੁੱਕੇ ਸੀ, ਇਸ ਕਰਕੇ ਮੈਂ ਨਹੀਂ ਚਾਹੁੰਦੀ ਸੀ ਕਿ ਸਾਹਮਣੇ ਦੇ ਦਰਵਾਜ਼ੇ ਤੋਂ ਜਾ ਕੇ ਕੋਈ ਤਮਾਸ਼ਾ ਬਣੇ। ਮੈਂ ਆਪਣੇ ਹਿਸਾਬ ਨਾਲ ਪਰਫੈਕਟ ਪਲਾਨ ਬਣਾ ਦਿੱਤਾ ਸੀ। ਕੁਝ ਹੀ ਦੇਰ ਬਾਅਦ ਬਾਹਰ ਰੌਲਾ ਸੁਣਾਈ ਦੇਣ ਲੱਗ ਪਿਆ, ਬਰਾਤ ਆ ਗਈ, ਬਰਾਤ ਆ ਗਈ। ਦੇਖਦੇ ਹੀ ਦੇਖਦੇ ਮੇਰਾ ਵਿਆਹ ਸਾਰੇ ਰੀਤੀ ਰਿਵਾਜਾਂ ਨਾਲ ਹੋ ਗਿਆ ਅਤੇ ਹੁਣ ਵਿਦਾਈ ਹੋਣ ਲੱਗੀ ਸੀ। ਮੈਂ ਘੁੰਡ ਕੱਢਿਆ ਹੋਇਆ ਸੀ। ਵਿਆਹ ਤੋਂ ਬਾਅਦ ਮੇਰੀ ਭੈਣ ਕਿਤੇ ਨਜ਼ਰ ਨਹੀਂ ਆ ਰਹੀ ਸੀ। ਨਾ ਜਾਣੇ ਉਹ ਕਿੱਥੇ ਸੀ। ਹੁਣ ਮੈਨੂੰ ਉਸ ਦੀ ਚਿੰਤਾ ਸਤਾ ਰਹੀ ਸੀ। ਪਤਾ ਨਹੀਂ ਉਹ ਵਾਪਸ ਆਈ ਸੀ ਜਾਂ ਨਹੀਂ। ਵਿਆਹ ਤੋਂ ਬਾਅਦ ਸਾਰੇ ਘਰ ਵਾਲਿਆਂ ਦਾ ਰਵੱਈਆ ਬਹੁਤ ਅਜੀਬ ਲੱਗ ਰਿਹਾ ਸੀ। ਮੇਰੇ ਪਿਤਾ ਜੀ ਤੁਰੰਤ ਬਾਹਰ ਚਲੇ ਗਏ ਅਤੇ ਮਾਂ ਵੀ ਪਤਾ ਨਹੀਂ ਕਿੱਥੇ ਸੀ। ਖੈਰ, ਮੈਂ ਜ਼ਿਆਦਾ ਸੋਚਿਆ ਨਹੀਂ ਤੇ ਵਿਦਾਈ ਤੋਂ ਬਾਅਦ ਮੈਂ ਆਪਣੇ ਪਤੀ ਦੇ ਘਰ ਆ ਗਈ। ਮੈਂ ਆਪਣੇ ਪਤੀ ਦੇ ਇੰਤਜ਼ਾਰ ਵਿੱਚ ਬੈਠੀ ਆਪਣੀ ਭੈਣ ਦੇ ਬਾਰੇ ਸੋਚ ਰਹੀ ਸੀ ਕਿ ਕਿਤੇ ਰਾਜਨ ਨੇ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਾ ਦਿੱਤਾ ਹੋਵੇ। ਕੁਝ ਦੇਰ ਬਾਅਦ ਕਮਰੇ ਦੇ ਦਰਵਾਜ਼ੇ ਦੀ ਦਸਤਕ ਹੋਈ ਤੇ ਮੇਰਾ ਪਤੀ ਕਮਰੇ ਵਿੱਚ ਦਾਖਲ ਹੋਇਆ। ਆ ਕੇ ਮੇਰੇ ਸਾਹਮਣੇ ਬੈਠ ਗਏ। ਮੈਂ ਸ਼ਰਮ ਨਾਲ ਨਜ਼ਰਾਂ ਝੁਕਾ ਕੇ ਬੈਠੀ ਹੋਈ ਸੀ। ਜਿੱਦਾਂ ਹੀ ਮੇਰੇ ਪਤੀ ਨੇ ਮੇਰਾ ਘੁੰਡ ਚੁੱਕਿਆ ਤਾਂ ਮੇਰੀ ਜਾਨ ਨਿਕਲ ਗਈ। ਮੈਂ ਚੀਖਦੀ ਹੋਈ ਖੜੀ ਹੋ ਗਈ ਕਿਉਂਕਿ ਮੇਰੇ ਸਾਹਮਣੇ ਜੋ ਮੇਰਾ ਪਤੀ ਸੀ ਉਹ ਅਮਨ ਨਹੀਂ ਸੀ, ਉਹ ਤਾਂ ਕੋਈ ਹੋਰ ਹੀ ਲੜਕਾ ਸੀ। ਮੈਂ ਡਰਦੀ ਹੋਈ ਪਿੱਛੇ ਹਟੀ। ਤੂੰ ਕੌਣ? ਉਹ ਮੈਨੂੰ ਚੀਖਦਾ ਦੇਖ ਕੇ ਡਰ ਗਿਆ ਤੇ ਕਹਿਣ ਲੱਗਾ, ਮੈਂ ਤੇਰਾ ਪਤੀ ਅਤੇ ਤੂੰ ਮੇਰੀ ਪਤਨੀ ਰਮਨ ਹੋ ਨਾ। ਮੈਨੂੰ ਉਸ ਦੇ ਬੋਲਣ ਦੇ ਤਰੀਕੇ ਤੋਂ ਸ਼ੱਕ ਹੋਇਆ ਕਿ ਉਹ ਦਿਮਾਗੀ ਤੌਰ 'ਤੇ ਪਰੇਸ਼ਾਨ ਹੈ। ਮੈਂ ਕਿਸੇ ਵੀ ਤਰ੍ਹਾਂ ਮੰਨ ਨਹੀਂ ਸਕਦੀ ਸੀ ਕਿ ਮੇਰਾ ਵਿਆਹ ਇੱਕ ਦਿਮਾਗੀ ਤੌਰ 'ਤੇ ਕਮਜ਼ੋਰ ਆਦਮੀ ਨਾਲ ਹੋਇਆ ਹੈ। ਪਰ ਉਸ ਨੂੰ ਮੇਰਾ ਨਾਮ ਕਿੱਦਾਂ ਪਤਾ ਸੀ? ਮੈਂ ਉਸ ਨੂੰ ਪੁੱਛਿਆ, ਤੂੰ ਮੇਰਾ ਪਤੀ ਕਿੱਦਾਂ ਹੋ ਸਕਦਾ? ਅਮਨ ਕਿੱਥੇ ਹੈ? ਉਹ ਚੁੱਪ ਹੋ ਗਿਆ ਤੇ ਤਾੜੀਆਂ ਮਾਰਦਾ ਹੋਇਆ ਬੋਲਿਆ, ਅਮਨ ਭੱਜ ਗਿਆ। ਤੂੰ ਇੱਕ ਗੰਦੀ ਪਤਨੀ ਹੋ। ਅਮਨ ਤਾਂ ਭੱਜ ਗਿਆ। ਮੈਨੂੰ ਧੱਕਾ ਦੇ ਕੇ ਪਿੱਛੇ ਕੀਤਾ ਤੇ ਕਮਰੇ ਵਿੱਚੋਂ ਬਾਹਰ ਆ ਗਈ। ਇਹ ਉਹ ਘਰ ਨਹੀਂ ਸੀ ਜਿੱਥੇ ਅਮਨ ਰਹਿੰਦਾ ਸੀ। ਇਹ ਤਾਂ ਕੋਈ ਹੋਰ ਹੀ ਘਰ ਸੀ। ਵਾਕਈ ਮੇਰਾ ਵਿਆਹ ਅਮਨ ਦੇ ਬਦਲੇ ਕਿਸੇ ਹੋਰ ਨਾਲ ਹੋ ਗਿਆ। ਮੈਨੂੰ ਤਾਂ ਚੱਕਰ ਆ ਰਹੇ ਸੀ।
ਮੈਂ ਇੱਧਰ ਉੱਧਰ ਦੇਖਿਆ ਪਰ ਕੋਈ ਨਜ਼ਰ ਨਹੀਂ ਆ ਰਿਹਾ ਸੀ। ਮੈਂ ਸਾਰੀਆਂ ਕਮਰਿਆਂ ਦੇ ਵਿੱਚ ਜਾ ਜਾ ਕੇ ਦੇਖਿਆ ਪਰ ਇੰਨੇ ਵੱਡੇ ਘਰ ਵਿੱਚ ਉਹ ਇਕੱਲਾ ਹੀ ਸੀ। ਇਹ ਗੱਲ ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ। ਮੈਂ ਚੀਖ ਕੇ ਉੱਚੀ ਆਵਾਜ਼ ਲਗਾਈ ਕਿ ਕੋਈ ਹੈ। ਮੇਰੇ ਚੀਕਣ ਨਾਲ ਰਸੋਈ ਵਿੱਚੋਂ ਇੱਕ ਔਰਤ ਬਾਹਰ ਆਈ। ਉਹ ਇਸ ਘਰ ਦੀ ਨੌਕਰਾਣੀ ਸੀ। ਮੈਂ ਉਸ ਨੂੰ ਪੁੱਛਿਆ, ਇਸ ਘਰ ਵਿੱਚ ਕਿੱਦਾਂ ਆਈ ਹਾਂ ਅਤੇ ਇਹ ਮੇਰੇ ਕਮਰੇ ਵਿੱਚ ਕੌਣ ਹੈ? ਉਹ ਨੌਕਰਾਣੀ ਕਹਿਣ ਲੱਗੀ, ਮੇਮ ਸਾਹਿਬ, ਤੁਸੀਂ ਛੋਟੇ ਸਾਹਿਬ ਦੀ ਪਤਨੀ ਹੋ। ਹਾਲੇ ਥੋੜ੍ਹੀ ਦੇਰ ਪਹਿਲਾਂ ਹੀ ਤਾਂ ਤੁਹਾਡਾ ਉਹਨਾਂ ਨਾਲ ਵਿਆਹ ਹੋਇਆ ਹੈ। ਮੈਨੂੰ ਰੋਣਾ ਆ ਰਿਹਾ ਸੀ ਕਿ ਇਹ ਸਭ ਕੀ ਹੈ। ਮੇਰਾ ਵਿਆਹ ਤਾਂ ਅਮਨ ਨਾਲ ਹੋਣ ਵਾਲਾ ਸੀ ਤੇ ਇਸ ਵਿਚਕਾਰ ਇਹ ਕੌਣ ਤੇ ਕਿੱਥੋਂ ਆ ਗਏ ਜਿਸ ਦੇ ਨਾਲ ਮੇਰਾ ਵਿਆਹ ਕਰ ਦਿੱਤਾ ਗਿਆ। ਮੈਂ ਸੋਚ ਕੇ ਪਰੇਸ਼ਾਨ ਹੋਈ ਜਾ ਰਹੀ ਸੀ। ਜੇ ਕਿਤੇ ਮੇਰਾ ਵਿਆਹ ਅਮਨ ਨਾਲ ਨਹੀਂ ਹੋ ਰਿਹਾ ਸੀ ਤਾਂ ਰਾਜਨ ਦੇ ਨਾਲ ਹੀ ਹੋ ਜਾਂਦਾ। ਇਹ ਕੌਣ ਹੈ ਜਿਸ ਨੂੰ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਸੀ? ਮੈਂ ਘਰੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਪਰ ਬਾਹਰੋਂ ਲੌਕ ਲੱਗਾ ਹੋਇਆ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿੱਦਾਂ ਕਿਸੇ ਨੇ ਮੈਨੂੰ ਅਗਵਾ ਕਰ ਲਿਆ ਹੋਵੇ। ਨੌਕਰਾਣੀ ਕਹਿਣ ਲੱਗੀ, ਮੇਮ ਸਾਹਿਬ, ਛੋਟੇ ਸਾਹਿਬ ਦੀ ਭੈਣ ਨੇ ਕਿਹਾ ਸੀ ਕਿ ਤੁਸੀਂ ਇੱਥੋਂ ਕਿਤੇ ਨਹੀਂ ਜਾ ਸਕਦੇ। ਅਚਾਨਕ ਮੇਰੇ ਦਿਮਾਗ ਚਲਿਆ ਤੇ ਮੈਂ ਆਪਣੇ ਘਰ ਫੋਨ ਮਿਲਾਇਆ। ਮੇਰੀ ਮਾਂ ਨੇ ਫੋਨ ਚੁੱਕਿਆ ਤੇ ਕਹਿਣ ਲੱਗੀ, ਤੂੰ ਸਾਡੇ ਲਈ ਮਰ ਚੁੱਕੀ ਹੋ। ਅੱਜ ਤੋਂ ਬਾਅਦ ਦੁਬਾਰਾ ਇੱਥੇ ਫੋਨ ਨਾ ਕਰੀਂ। ਜਿੰਨੀ ਬੇਇੱਜ਼ਤੀ ਤੂੰ ਕਰਵਾ ਦਿੱਤੀ, ਖੈਰ ਕੋਈ ਕਸਰ ਰਹਿ ਗਈ ਸੀ ਜੋ ਤੂੰ ਫੋਨ ਕੀਤਾ ਹੈ। ਖਬਰਦਾਰ ਅੱਜ ਤੋਂ ਬਾਅਦ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ। ਮੈਂ ਇਹ ਸੁਣ ਕੇ ਹੱਕੀ ਬੱਕੀ ਰਹਿ ਗਈ। ਮਾਂ ਦੀਆਂ ਗੱਲਾਂ ਤੋਂ ਇਹ ਪਤਾ ਲੱਗ ਰਿਹਾ ਸੀ ਜਿੱਦਾਂ ਉਹਨਾਂ ਨੂੰ ਮੇਰੀ ਅਸਲੀਅਤ ਪਤਾ ਲੱਗ ਗਈ ਹੋਵੇ। ਮੈਂ ਹੈਰਾਨ ਸੀ ਕਿ ਬਾਜੀ ਕਿੱਦਾਂ ਪਲਟ ਗਈ। ਮੈਂ ਬੜੀ ਹੁਸ਼ਿਆਰੀ ਨਾਲ ਸਾਰਾ ਪਲਾਨ ਬਣਾਇਆ ਸੀ ਪਰ ਮੈਂ ਵਾਰੀ-ਵਾਰੀ ਅਮਨ ਅਤੇ ਰਾਜਨ ਨੂੰ ਫੋਨ ਕੀਤਾ ਤਾਂ ਦੋਹਾਂ ਨੇ ਮੇਰੇ ਫੋਨ ਨੂੰ ਕੱਟ ਦਿੱਤਾ। ਦੀਦੀ ਨੂੰ ਫੋਨ ਕੀਤਾ ਤਾਂ ਉਹ ਮੇਰੇ ਉੱਪਰ ਗੁੱਸਾ ਹੋਣ ਲੱਗ ਪਈ। ਕਹਿਣ ਲੱਗੀ, ਮੇਰੇ ਸਹੁਰਿਆਂ ਵਿੱਚ ਮੇਰਾ ਨੱਕ ਕਟਵਾ ਦਿੱਤਾ। ਸਾਰੇ ਲੋਕ ਮੈਨੂੰ ਗੱਲਾਂ ਸੁਣਾ ਰਹੇ ਹਨ। ਉਹਨਾਂ ਨੇ ਵੀ ਮੈਨੂੰ ਇਹ ਬੋਲ ਕੇ ਫੋਨ ਕੱਟ ਦਿੱਤਾ ਅਤੇ ਸਾਰੇ ਰਿਸ਼ਤੇ ਨਾਤੇ ਮੇਰੇ ਨਾਲੋਂ ਤੋੜ ਲਏ। ਹੁਣ ਤਾਂ ਮੇਰੀ ਕਿਸਮਤ ਵੀ ਮੇਰਾ ਸਾਥ ਛੱਡਣ ਲੱਗ ਪਈ ਸੀ। ਮੈਂ ਸੋਚਣ ਲੱਗੀ ਕਿ ਇਹ ਮੇਰੇ ਨਾਲ ਕੀ ਹੋਇਆ। ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਮੇਰਾ ਵਿਆਹ ਇੱਕ ਪਾਗਲ ਨਾਲ ਹੋ ਗਿਆ। ਮੈਂ ਕਮਰੇ ਵਿੱਚ ਗਈ ਤਾਂ ਉਹ ਰਮਨ ਰਮਨ ਕਹਿ ਕੇ ਖੁਸ਼ੀ ਨਾਲ ਤਾੜੀਆਂ ਮਾਰਨ ਲੱਗ ਪਿਆ। ਮੈਂ ਖੁਦ ਨੂੰ ਉਸ ਤੋਂ ਦੂਰ ਕੀਤਾ ਤਾਂ ਉਸ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ। ਮੈਂ ਭੱਜ ਕੇ ਦੂਜੇ ਕਮਰੇ ਵਿੱਚ ਜਾ ਕੇ ਖੁਦ ਨੂੰ ਅੰਦਰੋਂ ਬੰਦ ਕਰ ਲਿਆ ਤੇ ਆਪਣੀ ਛੋਟੀ ਭੈਣ ਨੂੰ ਫੋਨ ਕਰਕੇ ਕਿਹਾ, ਸਵੇਰੇ ਮੈਨੂੰ ਮਿਲਣ ਲਈ ਆ ਜਾਵੀਂ। ਮੈਂ ਜਾਣਨਾ ਚਾਹੁੰਦੀ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਸੀ। ਉਹ ਸਵੇਰੇ ਆਈ ਤਾਂ ਮੈਂ ਬੇਚੈਨੀ ਨਾਲ ਉਸ ਨੂੰ ਪੁੱਛਿਆ ਕਿ ਇਹ ਸਭ ਕੀ ਹੋਇਆ। ਉਹ ਮੇਰੀ ਹਾਲਤ ਅਤੇ ਮੇਰੇ ਪਤੀ ਨੂੰ ਦੇਖ ਕੇ ਉਦਾਸ ਹੋ ਗਈ। ਕਹਿਣ ਲੱਗੀ, ਦੀਦੀ, ਜਦੋਂ ਤੁਸੀਂ ਕੱਲ੍ਹ ਚਾਦਰ ਲੈ ਕੇ ਮੈਨੂੰ ਘਰ ਦੀ ਪਿਛਲੀ ਸਾਈਡ ਜਾਣ ਲਈ ਕਿਹਾ ਤਾਂ ਉਸ ਸਮੇਂ ਭੂਆ ਨੇ ਮੈਨੂੰ ਦੇਖ ਲਿਆ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਲੜਕੀ ਘਰੋਂ ਭੱਜ ਰਹੀ ਹੈ। ਰਾਜਨ ਵੀ ਉੱਥੇ ਹੀ ਸੀ। ਮੈਂ ਬਾਰ-ਬਾਰ ਉਸ ਨੂੰ ਕਿਹਾ, ਇੱਥੋਂ ਚਲੇ ਜਾਓ, ਪਰ ਉਹ ਕਹਿਣ ਲੱਗਾ, ਮੈਨੂੰ ਰਮਨ ਨੇ ਮੈਸੇਜ ਕੀਤਾ ਸੀ, ਮੈਂ ਤਾਂ ਉਸ ਨੂੰ ਲੈ ਕੇ ਹੀ ਜਾਵਾਂਗਾ। ਇੰਨੇ ਵਿੱਚ ਬਾਕੀ ਘਰ ਵਾਲੇ ਵੀ ਇਕੱਠੇ ਹੋ ਗਏ। ਭੂਆ ਨੇ ਮੇਰੇ ਉੱਪਰ ਇਲਜ਼ਾਮ ਲਗਾ ਦਿੱਤਾ ਕਿ ਮੈਂ ਘਰੋਂ ਭੱਜ ਰਹੀ ਸੀ। ਜਦੋਂ ਮੈਂ ਹਾਲਾਤ ਵਿਗੜਦੇ ਦੇਖੇ ਤਾਂ ਮੈਂ ਤੇਰੀ ਇੱਜ਼ਤ ਬਚਾਉਣ ਦੇ ਲਈ ਕਹਿ ਦਿੱਤਾ, ਹਾਂ ਮੈਂ ਘਰੋਂ ਭੱਜ ਰਹੀ ਸੀ। ਪਰ ਰਾਜਨ ਨੇ ਰੌਲਾ ਪਾ ਦਿੱਤਾ ਕਿ ਮੈਂ ਇਸ ਨੂੰ ਨਹੀਂ ਜਾਣਦਾ, ਮੈਂ ਤਾਂ ਰਮਨ ਨੂੰ ਲੈਣ ਆਇਆ ਹਾਂ। ਅਮਨ ਵੀ ਉੱਥੇ ਹੀ ਸੀ। ਉਹਨਾਂ ਨੇ ਰਾਜਨ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਰਾਜਨ ਨੇ ਮੋਬਾਈਲ ਵਿੱਚ ਕੈਦ ਸਾਰੇ ਸਬੂਤ ਘਰ ਵਾਲਿਆਂ ਨੂੰ ਦਿਖਾ ਦਿੱਤੇ। ਉਹ ਸਾਰੇ ਸਬੂਤ ਅਤੇ ਮੈਸੇਜ ਦੇਖ ਕੇ ਸਾਰਿਆਂ ਨੂੰ ਯਕੀਨ ਹੋ ਗਿਆ ਅਤੇ ਰਾਜਨ ਨੂੰ ਤਾਂ ਉੱਥੋਂ ਕੁੱਟ-ਕੁੱਟ ਕੇ ਕੱਢ ਦਿੱਤਾ। ਪਰ ਅਮਨ ਨੇ ਤੇਰੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਬਰਾਤ ਲੈ ਕੇ ਵਾਪਸ ਚਲੇ ਗਏ। ਇਹ ਸਭ ਤਮਾਸ਼ਾ ਦੇਖ ਕੇ ਪਿਤਾ ਜੀ ਦੀ ਸਿਹਤ ਵਿਗੜ ਰਹੀ ਸੀ। ਫਿਰ ਮਾਂ ਦੀ ਇੱਕ ਸਹੇਲੀ ਨੇ ਆਪਣੇ ਪਾਗਲ ਭਰਾ ਦਾ ਰਿਸ਼ਤਾ ਪੇਸ਼ ਕੀਤਾ। ਇੱਜ਼ਤ ਦਾ ਸਵਾਲ ਸੀ, ਇਸ ਕਰਕੇ ਪਿਤਾ ਜੀ ਨੇ ਤੇਰਾ ਵਿਆਹ ਉਸ ਦੇ ਨਾਲ ਕਰਵਾ ਦਿੱਤਾ ਅਤੇ ਕਹਿ ਰਹੇ ਸੀ ਕਿ ਹੁਣ ਤੂੰ ਸਾਡੇ ਸਾਰਿਆਂ ਦੇ ਲਈ ਮਰ ਗਈ ਹੋ। ਤੂੰ ਬਹੁਤ ਬੁਰਾ ਕੀਤਾ, ਸਾਨੂੰ ਕਿਤੇ ਮੂੰਹ ਦਿਖਾਉਣ ਜੋਗਾ ਨਾ ਛੱਡਿਆ। ਤੂੰ ਪੈਸਿਆਂ ਦੇ ਲਾਲਚ ਵਿੱਚ ਸਾਨੂੰ ਬਦਨਾਮ ਕਰ ਦਿੱਤਾ। ਇੰਨੀ ਗੱਲ ਕਹਿ ਕੇ ਮੇਰੀ ਭੈਣ ਰੋਣ ਲੱਗ ਪਈ। ਮੈਂ ਤਾਂ ਕੁਝ ਕਹਿਣ ਦੀ ਹਾਲਤ ਵਿੱਚ ਵੀ ਨਹੀਂ ਸੀ।
ਇੰਨਾ ਕੁਝ ਹੋ ਗਿਆ ਹੈ ਤੇ ਮੈਨੂੰ ਪਤਾ ਹੀ ਨਹੀਂ ਲੱਗਾ। ਹੁਣ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋਣ ਲੱਗ ਪਿਆ ਸੀ। ਵਾਕਈ ਮੈਂ ਆਪਣੇ ਲਾਲਚ ਦੀ ਵਜ੍ਹਾ ਨਾਲ ਕਿੰਨੇ ਦਿਲ ਤੋੜ ਦਿੱਤੇ ਸੀ। ਕਿਸਮਤ ਨੇ ਮੈਨੂੰ ਨਾ ਤਾਂ ਰਾਜਨ ਜੋਗੀ ਛੱਡਿਆ ਤੇ ਨਾ ਹੀ ਅਮਨ ਜੋਗੀ। ਇਹ ਮੇਰੇ ਲਾਲਚ ਦੇ ਧੋਖੇ ਦੀ ਸਜ਼ਾ ਸੀ ਕਿ ਮੇਰਾ ਵਿਆਹ ਇੱਕ ਪਾਗਲ ਇਨਸਾਨ ਨਾਲ ਹੋ ਗਿਆ। ਉਹ ਮੇਰੇ ਨਾਲੋਂ 4 ਸਾਲ ਵੱਡਾ ਸੀ ਪਰ ਉਸ ਦਾ ਦਿਮਾਗ ਬੱਚਿਆਂ ਵਰਗਾ ਸੀ। ਪਰ ਮੈਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਉਸ ਨੂੰ ਮੇਰਾ ਨਾਮ ਕਿੱਦਾਂ ਪਤਾ ਸੀ। ਅਗਲੀ ਸਵੇਰ ਮੇਰੇ ਪਤੀ ਦੀ ਭੈਣ ਆਈ ਤੇ ਕਹਿਣ ਲੱਗੀ, ਪਹਿਚਾਣਿਆ ਇਸ ਨੂੰ, ਇਹ ਕੌਣ ਹੈ? ਜਦੋਂ ਮੈਂ ਗੌਰ ਨਾਲ ਦੇਖਿਆ ਤਾਂ ਇੱਦਾਂ ਲੱਗਿਆ ਜਿੱਦਾਂ ਮੈਂ ਪਹਿਲਾਂ ਵੀ ਕਿਤੇ ਇਸ ਨੂੰ ਦੇਖਿਆ ਹੈ ਪਰ ਯਾਦ ਨਹੀਂ ਆ ਰਿਹਾ ਸੀ। ਮੇਰੀ ਨਨਾਣ ਕਹਿਣ ਲੱਗੀ, ਇਹ ਮੇਰਾ ਭਰਾ ਰੋਹਿਤ ਹੈ ਜੋ ਅੱਜ ਤੋਂ 4 ਸਾਲ ਪਹਿਲਾਂ ਤੇਰੇ ਪਿੱਛੇ ਪਾਗਲਾਂ ਦੇ ਵਾਂਗ ਘੁੰਮਦਾ ਸੀ। ਤੂੰ ਇਸ ਨੂੰ ਵੀ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਰੱਖਿਆ ਸੀ। ਜਦੋਂ ਤੇਰਾ ਇਸ ਤੋਂ ਮਨ ਅੱਕ ਗਿਆ ਤਾਂ ਤੂੰ ਇਸ ਨੂੰ ਛੱਡ ਦਿੱਤਾ ਪਰ ਇਹ ਬਰਦਾਸ਼ਤ ਨਾ ਕਰ ਪਾਇਆ ਅਤੇ ਉਸ ਦੀ ਇਹ ਹਾਲਤ ਹੋ ਗਈ। ਉਹ ਤਾਂ ਤੇਰੇ ਪਿਤਾ ਜੀ ਦੀ ਜਾਨ ਨਿਕਲ ਰਹੀ ਸੀ। ਮੈਂ ਇੱਜ਼ਤ ਰੱਖਣ ਦੇ ਲਈ ਤੇਰਾ ਵਿਆਹ ਇਸ ਦੇ ਨਾਲ ਕਰਵਾ ਦਿੱਤਾ। ਜੇ ਤੂੰ ਹੁਣ ਇਸ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਤੇਰਾ ਉਹ ਜਲੂਸ ਕੱਢੂੰਗੀ ਕਿ ਤੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੇਂਗੀ। ਮੈਂ ਰੋਣ ਲੱਗ ਪਈ। ਮੇਰੇ ਨਸੀਬ ਵਿੱਚ ਇੱਦਾਂ ਹੀ ਜਲੀਲ ਹੋਣਾ ਲਿਖਿਆ ਸੀ। ਮੈਨੂੰ ਦੁੱਖ ਵੀ ਹੋਇਆ ਕਿ ਮੇਰੀ ਵਜ੍ਹਾ ਨਾਲ ਇੱਕ ਲੜਕਾ ਪਾਗਲ ਹੋ ਗਿਆ। ਫਿਰ ਮੈਂ ਉਸ ਨੂੰ ਆਪਣੀ ਕਿਸਮਤ ਸਮਝ ਕੇ ਕਬੂਲ ਕਰ ਲਿਆ ਤੇ ਦੁਬਾਰਾ ਇੱਦਾਂ ਨਾ ਕਰਨ ਦੀ ਕਸਮ ਖਾਧੀ। ਮੈਨੂੰ ਚੰਗਾ ਘਰ, ਦੌਲਤ, ਪੈਸੇ ਤਾਂ ਮਿਲ ਗਏ ਪਰ ਮੈਂ ਆਪਣੀ ਇੱਜ਼ਤ ਗਵਾ ਲਈ ਸੀ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ 'ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।